एवरीवन, सत श्री अकाल सारिਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਉਹਦਾ 3rd ਚੈਪਟਰ ਤੀਜਾ ਪਾਠ ਹੈਲਦੀ ਲਾਈਫਸਟਾਈਲ ਐਂਡ ਪ੍ਰੋਗਰੈਸਿਵ ਥਿੰਕਿੰਗ ਸਿਹਤਮੰਦ ਜੀਵਨ ਸ਼ੈਲੀ ਅਤੇ ਪ੍ਰਗਤੀਸ਼ੀਲ ਸੋਚ। ऑब्जेक्टिव्स उद्देश्य की ने इस चैप्टर दे। नंबर 1, a healthy lifestyle is the foundation of a healthy society। एक सेहतमंद जीवन शैली लई एक सेहतमंद समाज होना बहुत जरूरी है, ओदी ओह नींव हैगी है। सेकंड, a healthy body has a meaningful mindset। एक सेहतमंद शरीर विच एक अर्थपूर्ण आपां कह सकते हैं मानसिकता दा ओह हुंदी है। Third, balancing the conscious and subconscious mind in terms of power of thinking as an important state of mind। ਆਪਾਂ ਇਹ ਕਹਿ ਸਕਦੇ ਹਾਂ ਵੀ ਆਪਣਾ conscious mind ਕਹਿਣ ਦਾ ਮਤਲਬ ਜਦ ਆਪਾਂ ਸੋਚ ਸਮਝ ਕੇ ਡਿਸੀਜਨ ਲੈਂਦੇ ਆ, ਠੀਕ ਹੈ, ਤੇ subconscious ਜੋ ਬਿਨਾਂ ਸੋਚੇ ਸਮਝੇ ਕਈ ਵਾਰ ਐਕਟ ਕਰ ਦਿੰਦੇ ਆ। ਕਹਿਣ ਦਾ ਮਤਲਬ ਜੇ ਗਰਮ ਪਤੀਲੇ ਨੂੰ ਹੱਥ ਲਾ ਦੋ ਆਪਣੇ ਆਪ ਹੱਥ ਪਿੱਛੇ ਨੂੰ ਹਟ ਜਾਂਦਾ ਹੈ ਨਾ, ਤਾਂ ਉਹ ਜਿਹੜੀ ਸਥਿਤੀ ਹੈਗੀ ਹੈ ਉਹ ਸਾਡਾ ਇੱਕ ਸਟੇਟ ਆਫ ਮਾਈਂਡ ਹੈ। ਕਹਿਣ ਦਾ ਮਤਲਬ ਇਹ ਹੈਗਾ ਵੀ ਉਹ ਸਾਡੇ ਦਿਮਾਗ ਦੀ ਇੱਕ ਸਥਿਤੀ ਹੈਗੀ ਹੈ ਜਿਹਦੇ ਬਾਰੇ ਅਸੀਂ ਕਈ ਵਾਰ ਸੋਚ ਕੇ ਡਿਸੀਜਨ ਲੈਂਦੇ ਆ ਤੇ ਕਈ ਵਾਰ ਬਿਨਾਂ ਸੋਚੇ ਸਮਝੇ ਸਾਨੂੰ ਪਤਾ ਹੁੰਦਾ ਹੈ ਵੀ ਕਿਵੇਂ ਐਕਟ ਕਰਨਾ ਹੈ। ਇੱਥੇ ਦੇਖੋ ਬੱਚੇ ਜਿਹੜੇ ਹੈਗੇ ਨੇ ਬੈਠੇ ਯੋਗਾ ਕਰ ਰਹੇ ਨੇ। ਹੁਣ ਆਪਾਂ ਅੱਗੇ ਵਧਦੇ ਹਾਂ। ਓਨਲੀ ਅ ਹੈਲਦੀ ਪਰਸਨ ਕੈਨ ਕ੍ਰੀਏਟ ਅ ਗੁੱਡ ਸੋਸਾਇਟੀ। ਸਿਹਤਮੰਦ ਵਿਅਕਤੀ ਹੀ ਚੰਗੇ ਸਮਾਜ ਦੀ सिर्जना कर सकता है। One can contribute in his own and in his country's progress only by keeping one's body healthy। व्यक्ति अपने शरीर ਨੂੰ ਤੰਦਰੁਸਤ ਰੱਖ ਕੇ ਹੀ ਆਪਣੀ ਅਤੇ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦਾ ਹੈ। Adequate nutritious food, daily exercise and adequate sleep are the basis of a healthy life। ਆਪਾਂ ਇਹ ਕਹਿ ਸਕਦੇ ਹਾਂ ਵੀ ਪੌਸ਼ਟਿਕ ਖਾਣਾ ਰੋਜ਼ਾਨਾ ਮਿਲਣਾ ਚਾਹੀਦਾ ਹੈ। ਰੋਜ਼ਾਨਾ ਕਸਰਤ ਤੇ ਲੋੜਵੰਦੀ ਜਿਹੜੀ ਨੀਂਦ ਹੁੰਦੀ ਹੈ ਉਹ ਸਿਹਤਮੰਦ ਜੀਵਨ ਦਾ ਆਧਾਰ ਹੈਗੀ ਹੈ। A healthy lifestyle keeps a person healthy and energetic। ਇੱਕ ਸਿਹਤਮੰਦ ਜੀਵਨ ਸ਼ੈਲੀ ਵਿਅਕਤੀ ਨੂੰ ਸਿਹਤਮੰਦ ਵੀ ਰੱਖਦੀ ਹੈ ਤੇ ਨਾਲ ਦੀ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਬਹੁਤ ਤੰਦਰੁਸਤ ਐਨਰਜੈਟਿਕ ਰੱਖਦੀ ਹੈ। A healthy life is a great way to live a good life। एक सेहतमंद जीवन एक चंगा जीवन जीवन दे लई एक वधिया तरीका है and that helps a person to enjoy all the other aspects of his life। ਤੇ ਇਹ ਇੱਕ ਵਿਅਕਤੀ ਨੂੰ ਉਸਦੇ ਜੀਵਨ ਦੇ ਬਾਕੀ ਸਾਰੇ ਪਹਿਲੂਆਂ ਦਾ ਆਨੰਦ ਲੈਣ ਦੇ ਲਈ ਮਦਦ ਕਰਦਾ ਹੈ। In fact, the meaning of good health is not only to prevent any disease। ਕਹਿਣ ਦਾ ਭਾਵ ਇਹ ਹੈ ਅਸਲ ਵਿੱਚ ਚੰਗੀ ਸਿਹਤ ਦਾ ਅਰਥ ਕੇਵਲ ਕਿਸੇ ਵੀ ਬਿਮਾਰੀ ਨੂੰ ਰੋਕਣਾ ਦੂਰ ਰੱਖਣਾ ਨਹੀਂ ਹੈ, but it is also related to physical, mental and social well-being। ਸਗੋਂ ਇਸ ਦਾ ਸੰਬੰਧ ਸਰੀਰ ਜਾਂ ਸਰੀਰਕ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਨਾਲ ਵੀ ਹੁੰਦਾ ਹੈ। A person who adopts a healthy lifestyle plays a positive role towards the society and towards others as well। एक व्यक्ति जो एक सेहतमंद जीवन शैली ਨੂੰ ਅਪਣਾਉਂਦਾ ਹੈ ਉਹ ਸਮਾਜ ਅਤੇ ਦੂਜਿਆਂ ਪ੍ਰਤੀ ਵੀ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੈ, ਜ਼ਰੂਰੀ ਭੂਮਿਕਾ ਨਿਭਾਉਂਦਾ ਹੈ। To live a long and comfortable life, ਲੰਬੀ ਅਤੇ ਆਰਾਮਦਾਇਕ ਜ਼ਿੰਦਗੀ ਜਿਉਣ ਲਈ it is important to have a healthy lifestyle। ਸਿਹਤਮੰਦ ਜੀਵਨ ਸ਼ੈਲੀ ਦਾ ਹੋਣਾ बहुत जरूरी है। Another important aspect of a healthy lifestyle is a good power of thinking। एक सेहतमंद जीवन शैली ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈਗਾ ਵੀ ਸੋਚਣੀ ਸਾਡੀ ਚੰਗੀ ਹੋਣੀ ਚਾਹੀਦੀ ਹੈ। Man is a mixture of strengths and weaknesses। ਮਨੁੱਖ ਸ਼ਕਤੀ ਅਤੇ ਕਮਜ਼ੋਰੀਆਂ ਦਾ ਇੱਕ ਮਿਸ਼ਰਣ ਹੈ। Both these aspects leave their mark on the state of mind of a human being from time to time। ਤੇ ਇਹ ਦੋਵੇਂ ਪਹਿਲੂ ਸਮੇਂ-ਸਮੇਂ ਤੇ ਮਨੁੱਖ ਦੀ ਮਾਨਸਿਕ ਸਥਿਤੀ ਤੇ ਆਪਣੀ ਛਾਪ ਛੱਡਦੇ ਨੇ।
it is considered that only a person who overcomes his natural shortcomings by virtue of his strengths can possess good thinking ability. ਇਹ ਮੰਨਿਆ ਜਾਂਦਾ ਹੈ ਕਿ ਕੇਵਲ ਉਹ ਵਿਅਕਤੀ ਜੋ ਆਪਣੀਆਂ ਸ਼ਕਤੀਆਂ ਦੇ ਕਾਰਨ ਆਪਣੀ ਕੁਦਰਤੀ ਕਮੀਆਂ ਨੂੰ ਦੂਰ ਕਰਦਾ ਹੈ ਉਹ ਚੰਗੀ ਸੋਚਣ ਦੇ ਯੋਗਤਾ ਦਾ ਮਾਲਕ ਹੁੰਦਾ ਹੈ, ਚੰਗੀ ਉਹਦੀ ਸੋਚਣੀ ਹੁੰਦੀ ਹੈ। The instinctive balance of conscious and subconscious mind of a human being is also an indicator of a good power of thinking. ਮਨੁੱਖ ਦੇ ਚੇਤਨ ਅਤੇ ਅਵਚੇਤਨ ਮਨ ਦਾ ਇੱਕ ਸਹਿਜ ਸੰਤੁਲਨ ਵੀ ਸੋਚਣ ਦੀ ਚੰਗੀ ਸ਼ਕਤੀ ਦਾ ਆਪਾਂ ਇਹ ਕਹਿ ਸਕਦੇ ਹਾਂ ਸੂਚਕ ਹੈਗਾ। ਜੇ ਆਪਾਂ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇੱਕ ਬੈਲੈਂਸ ਲੈ ਕੇ ਆ ਸਕਦੇ ਹਾਂ, ਉਹ ਵੀ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਇੱਥੇ ਇੱਕ ਐਕਟੀਵਿਟੀ ਦਿੱਤੀ ਗਈ ਹੈ। ਫਰਸਟ ਆਫ ਆਲ, it is clear that for a good lifestyle, clean air, water, sunlight are very important. ਸਭ ਤੋਂ ਪਹਿਲਾਂ ਇਹ ਸਪਸ਼ਟ ਹੈ ਕਿ ਚੰਗੀ ਜੀਵਨ ਸ਼ੈਲੀ ਲਈ ਸਾਫ਼ ਹਵਾ, ਪਾਣੀ, ਸੂਰਜ ਦੀ ਰੋਸ਼ਨੀ ਬਹੁਤ ਜ਼ਰੂਰੀ ਹੈ। A. Clean air, ਸਾਫ਼ ਹਵਾ। Our lungs need clean air. ਸਾਡੇ ਫੇਫੜਿਆਂ ਨੂੰ ਸਾਫ਼ ਹਵਾ ਦੀ ਲੋੜ ਹੁੰਦੀ ਹੈ। Clean air will refresh us by providing oxygen. ਜਿਹੜੀ ਸਾਫ਼ ਹਵਾ ਹੈ ਉਹ ਸਾਨੂੰ ਆਕਸੀਜਨ ਪ੍ਰਦਾਨ ਕਰਕੇ ਸਾਨੂੰ ਤਰੋਤਾਜ਼ਾ ਕਰਦੀ ਹੈ। So more and more trees should be planted. ਆਕਸੀਜਨ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਣੇ ਚਾਹੀਦੇ ਨੇ। Second, clean water, ਸਾਫ਼ ਪਾਣੀ। Drink plenty of water and try to keep it clean for others to use. ਇੱਕ ਤਾਂ ਤੁਹਾਨੂੰ ਵੀ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ, ਸਿਹਤ ਲਈ ਜ਼ਰੂਰੀ ਹੈਗਾ, ਤੇ ਨਾਲ ਦੇ ਨਾਲ ਦੂਜਿਆਂ ਦੁਆਰਾ ਵਰਤੇ ਜਾਣ ਲਈ ਜਿਹੜਾ ਪਾਣੀ ਹੈ ਉਹਨੂੰ ਸਾਫ਼ ਰੱਖਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਨਹੀਂ ਵੀ ਆਪ ਪੀ ਲਿਆ ਤੇ ਦੂਜਿਆਂ ਲਈ ਗੰਦਾ ਕਰਤਾ, ਸਿੱਟਤਾ ਸਮਾਨ ਉਹਦੇ ਵਿੱਚ। ਤੀਜੀ ਗੱਲ, ਸਨਲਾਈਟ, ਸੂਰਜ ਦੀ ਰੋਸ਼ਨੀ। We should sit in the sunlight for some time every day. ਸਾਨੂੰ ਹਰ ਰੋਜ਼ ਕੁਝ ਸਮੇਂ ਲਈ ਧੁੱਪ ਵਿੱਚ ਬੈਠਣਾ ਚਾਹੀਦਾ ਹੈ। Sunlight is an important gift of nature to human beings. ਸੂਰਜ ਦੀ ਰੋਸ਼ਨੀ ਮਨੁੱਖ ਲਈ ਕੁਦਰਤ ਦਾ ਬਹੁਤ ਮਹੱਤਵਪੂਰਨ ਤੋਹਫਾ ਹੈ। It is a good source of vitamin D. ਇਹ ਵਿਟਾਮਿਨ ਡੀ ਦਾ ਇੱਕ ਵਧੀਆ ਸੋਰਸ ਹੈਗਾ। ਤੇ ਹੁਣ ਇਹ ਜ਼ਰੂਰੀ ਸਵਾਲ ਹੈ ਵੀ ਸਨਲਾਈਟ ਤੋਂ ਕਿਹੜਾ ਵਿਟਾਮਿਨ ਮਿਲਦਾ ਹੈ? ਵਿਟਾਮਿਨ ਡੀ। ਤੇ ਇੱਥੇ ਲਿਖਿਆ ਗਿਆ ਹੈ, based on the above information and facts shared by the teacher, ਸਿਹਤਮੰਦ ਜੀਵਨ ਸ਼ੈਲੀ ਬਾਰੇ ਅਧਿਆਪਕ ਦੁਆਰਾ ਜਿਹੜੀ ਸਾਂਝੀ ਕੀਤੀ ਉਪਰੋਕਤ ਜਾਣਕਾਰੀ ਹੈ regarding healthy lifestyle, write whether the following statements are true or false. ਉਹਨਾਂ ਤੱਥਾਂ ਦੇ ਆਧਾਰ ਤੇ ਤੁਸੀਂ ਇਹ ਲਿਖਣਾ ਹੈ ਵੀ ਥੱਲੇ ਦਿੱਤੀ ਜਿਹੜੀਆਂ ਗੱਲਾਂ ਨੇ ਉਹ ਸਹੀ ਨੇ ਜਾਂ ਗਲਤ ਨੇ। ਜਿਵੇਂ ਪਹਿਲੀ ਸਟੇਟਮੈਂਟ ਇਹ ਹੈਗੀ ਹੈ, we need oxygen to survive. ਸਾਨੂੰ ਜੀਣ ਦੇ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਇਹ ਗੱਲ ਟਰੂ ਹੈ। ਸੈਕੰਡ, sunlight gives us vitamin D. ਸੂਰਜ ਦੀ ਰੋਸ਼ਨੀ ਤੋਂ ਸਾਨੂੰ ਵਿਟਾਮਿਨ ਡੀ ਮਿਲਦਾ ਹੈ, ਟਰੂ। ਥਰਡ, we can live without water. ਅਸੀਂ ਪਾਣੀ ਬਿਨਾਂ ਰਹਿ ਸਕਦੇ ਹਾਂ, ਇੱਥੇ ਆਏਗਾ false. ਇਹ ਪੂਰਾ ਲਿਖਿਓ ਤੁਸੀਂ, ਠੀਕ ਹੈ। ਅਗਲਾ UE, trees clean the air. ਰੁੱਖ ਹਵਾ ਸਾਫ਼ ਕਰਦੇ ਨੇ, ਇਹ ਗੱਲ ਵੀ ਟਰੂ ਹੈਗੀ। ਇੱਥੇ ਟਰੂ ਆਏਗਾ, ਮੈਂ false ਲਿਖਿਆ ਸੀ ਪਰ ਤੁਸੀਂ ਟਰੂ ਕਰਿਓ ਕਿਉਂਕਿ ਆਕਸੀਜਨ ਦਿੰਦੇ ਨੇ ਨਾ। Fifth, clean air, water and sunshine are essential for physical growth. ਵੀ ਸਰੀਰਕ ਵਿਕਾਸ ਲਈ ਸ਼ੁੱਧ ਹਵਾ, ਪਾਣੀ, ਧੁੱਪ ਬਹੁਤ ਜ਼ਰੂਰੀ ਹੈਗਾ, ਇਹ ਗੱਲ ਵੀ ਟਰੂ ਹੈਗੀ ਹੈ। ਅੱਗੇ ਚੱਲਦੇ ਹਾਂ, ਐਕਟੀਵਿਟੀ ਦਿੱਤੀ ਗਈ ਹੈ, the importance of nutritious food for a healthy life. ਸਿਹਤਮੰਦ ਜੀਵਨ ਲਈ ਪੌਸ਼ਟਿਕ ਭੋਜਨ ਦੀ ਮਹੱਤਤਾ। To control the speed of COVID-19, every type of business has been closed down, and there has been a shortage of ready-to-eat things. And because of this, there has been a decrease in the number of COVID-19 cases in the hospitals. ਧਿਆਨ ਨਾਲ ਗੱਲ ਸੁਣਿਓ। COVID-19 ਦੀ ਗਤੀ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦਾ ਕਾਰੋਬਾਰ ਬੰਦ ਹੋ ਗਿਆ ਸੀ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਜੋ ਬਿਲਕੁਲ ਰੈਡੀ ਟੂ ਈਟ ਹੁੰਦੀਆਂ ਨੇ, ਪਕਾਣੀਆਂ ਨਹੀਂ ਪੈਂਦੀਆਂ, ਉਹਨਾਂ ਦੀ ਵੀ ਘਾਟ ਹੋ ਗਈ ਸੀ, ਜਿਸ ਕਰਕੇ
ਜਿਹੜੀ ਰੈਡੀਮੇਡ ਚੀਜ਼ਾਂ ਨੇ ਉਹਦੀ ਘਾਟ ਹੋਣ ਕਰਕੇ ਅਸੀਂ ਇਹ ਦੇਖਿਆ ਵੀ ਜਿਹੜਾ ਕੋਵਿਡ-19 ਦੇ ਕੇਸ ਹੈਗੇ ਨੇ ਹਸਪਤਾਲਾਂ ਦੇ ਵਿੱਚ ਉਹ ਵੀ ਘਟਦੇ ਜਾ ਰਹੇ ਨੇ। Unable to go out for a walk, the general public do light exercises and yoga asanas etc. ਹੁਣ ਦੇਖੋ ਸੈਰ ਲਈ ਤਾਂ ਜਾ ਨਹੀਂ ਸਕਦੇ ਸੀ ਉਸ ਟਾਈਮ ਤੇ, ਤਾਂ ਉਹ ਕੀ ਕਰਦੇ ਸੀ, ਘਰੇ ਬੈਠ ਕੇ ਜਿਹੜੀ ਆਮ ਜਨਤਾ ਹੈਗੀ ਐਕਸਰਸਾਈਜ਼ ਕਰ ਲੈਂਦੇ ਸੀ, ਯੋਗਾ ਕਰ ਲੈਂਦੇ ਸੀ at home during leisure time and thus have maintained good health, ਕਿਉਂਕਿ ਘਰੇ ਬੈਠ ਕੇ ਐਕਸਰਸਾਈਜ਼ ਕਰਦੇ ਸੀ ਆਪਣੇ ਵਿਹਲੇ ਸਮੇਂ ਦੇ ਵਿੱਚ। ਇਸ ਤਰ੍ਹਾਂ ਆਪਣੀ ਐਕਸਰਸਾਈਜ਼ ਕਰਕੇ ਯੋਗਾ ਕਰਕੇ ਉਹਨਾਂ ਨੇ ਇੱਕ ਚੰਗੀ ਸਿਹਤ ਜਿਹੜੀ ਹੈ ਉਹ ਬਣਾ ਲਈ ਸੀ। Under the guidance of the teacher, the students will be divided into two groups. ਅਧਿਆਪਕ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। One of them will argue in favor of healthy lifestyle, ਤੇ ਉਹਨਾਂ ਵਿੱਚੋਂ ਇੱਕ ਜਿਹੜਾ ਗਰੁੱਪ ਹੈਗਾ ਉਹ ਸਿਹਤਮੰਦ ਜੀਵਨ ਸ਼ੈਲੀ ਦੇ ਪੱਖ ਵਿੱਚ ਦਲੀਲ ਦੇਵੇਗਾ। And the other will argue in favor of eating food from outside and not exercising. ਅਤੇ ਦੂਜਾ ਜਿਹੜਾ ਗਰੁੱਪ ਹੈ ਉਹ ਬਾਹਰੋਂ ਖਾਣਾ ਖਾਣ ਅਤੇ ਕਸਰਤ ਨਾ ਕਰਨ ਦੇ ਪੱਖ ਵਿੱਚ ਦਲੀਲ ਦੇਵੇਗਾ। The teacher will conclude the process by giving an idea in favor of a healthy lifestyle. ਤੇ ਇਸ ਤੋਂ ਬਾਅਦ ਅਧਿਆਪਕ ਇੱਕ ਸਿਹਤਮੰਦ ਜੀਵਨ ਸ਼ੈਲੀ ਦੇ ਪੱਖ ਵਿੱਚ ਵਿਚਾਰ ਦੇ ਕੇ ਪ੍ਰਤੀਕਿਰਿਆ ਨੂੰ ਖਤਮ ਕਰਨਗੇ। ਹੁਣ ਇੱਥੇ ਵਰਕਸ਼ੀਟ ਦਿੱਤੀ ਹੋਈ ਹੈ, ਤੁਸੀਂ ਮੈਨੂੰ ਇੱਕ ਇੱਕ ਪੁਆਇੰਟ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਸਿਹਤਮੰਦ ਜੀਵਨ ਸ਼ੈਲੀ ਹੋਣੀ ਚਾਹੀਦੀ ਹੈ ਜਾਂ ਬਾਹਰ ਦਾ ਖਾਣਾ ਖਾਣਾ ਚਾਹੀਦਾ ਹੈ। ਹੁਣ ਇੱਥੇ ਵਰਕਸ਼ੀਟ ਦਿੱਤੀ ਗਈ ਹੈ। Write the following eatables in order of your preference. ਵੀ ਆਪਣੀ ਪਸੰਦ ਦੇ ਕ੍ਰਮ ਵਿੱਚ ਹੇਠ ਲਿਖੇ ਜਿਹੜੇ ਖਾਣਯੋਗ ਚੀਜ਼ਾਂ ਨੇ ਉਹਨਾਂ ਨੂੰ ਲਿਖੋ। ਕੀ ਕੀ ਨੇ? ਸਮੋਸਾ, ਪੀਜ਼ਾ, ਡੋਸਾ, ਰਾਇਤਾ ਯਾਨੀ ਦਹੀਂ ਜਾਂ ਪਨੀਰ ਟਿੱਕਾ। ਦੇਖੋ ਮੈਂ ਜਿਵੇਂ ਲਿਖਿਆ ਮੇਰੇ ਲਈ ਡੋਸਾ ਜ਼ਿਆਦਾ ਵਧੀਆ ਹੈ, ਫਿਰ ਰਾਇਤਾ, ਦਹੀਂ, ਫਿਰ ਪਨੀਰ ਟਿੱਕਾ, ਫਿਰ ਸਮੋਸਾ ਤੇ ਅਖੀਰ ਦੇ ਵਿੱਚ ਪੀਜ਼ਾ ਆਉਂਦਾ ਹੈ। ਤੁਸੀਂ ਆਪਣੇ ਹਿਸਾਬ ਨਾਲ ਲਿਖ ਸਕਦੇ ਹੋ। ਦੂਜੀ ਜਿਹੜਾ ਸਵਾਲ ਹੈ, ਰੀਰਾਈਟ ਦ ਫੋਲੋਇੰਗ ਡਰਿੰਕਸ ਇਨ ਆਰਡਰ ਆਫ ਯੋਰ ਪ੍ਰੈਫਰੈਂਸ ਐਂਡ ਅੰਡਰਸਟੈਂਡਿੰਗ। ਹੇਠ ਲਿਖੀਆਂ ਜਿਹੜੀਆਂ ਡਰਿੰਕਸ ਨੇ ਉਹ ਤੁਹਾਨੂੰ ਕਿੰਨਾ ਪਸੰਦ ਨੇ ਉਦਾਂ ਕਰਕੇ ਤੁਸੀਂ ਲਿਖਣਾ ਹੈ। ਕੀ ਕੀ ਹੈ? ਬਟਰ ਮਿਲਕ ਯਾਨੀ ਲੱਸੀ, ਮਿਲਕ ਦੁੱਧ, ਲੈਮਨ ਸੋਡਾ ਨਿੰਬੂ ਪਾਣੀ, ਟੀ ਚਾਹ ਜਾਂ ਕੋਕਾ ਕੋਲਾ। ਤੇ ਮੈਂ ਇਹਦਾ ਆਨਸਰ ਲਿਖਿਆ ਸਭ ਤੋਂ ਪਹਿਲਾਂ ਮਿਲਕ ਦੁੱਧ, ਬਟਰ ਮਿਲਕ ਲੱਸੀ, ਟੀ ਚਾਹ, ਲੈਮਨ ਸੋਡਾ ਨਿੰਬੂ ਪਾਣੀ ਤੇ ਫਿਰ ਆ ਜਾਊਗਾ ਕੋਕਾ ਕੋਲਾ। ਉਵੇਂ ਹੀ ਰੀਰਾਈਟ ਦ ਪ੍ਰੋਡਕਟਸ ਫਿਨੋਮੀਨਾ in order of your preference and understanding. ਵੀ ਆਪਣੇ ਹਿਸਾਬ ਨਾਲ ਇਹ ਜਿਹੜੀਆਂ ਥੱਲੇ ਗੱਲਾਂ ਦੱਸੀਆਂ ਗਈਆਂ ਨੇ ਉਹ ਤੁਸੀਂ ਆਰਡਰ ਦੇ ਵਿੱਚ ਲਾਣੀਆਂ ਨੇ। ਕੀ ਕੀ? ਕਲੀਨ ਵਾਟਰ ਜ਼ਰੂਰੀ ਹੈ, ਸਮੋਕ ਧੂਆਂ, ਟਰੀਜ਼ ਪੇੜ, ਰੁੱਖ, ਨਾਈਟ੍ਰੋਜਨ, ਮੋਬਾਈਲ ਫੋਨ ਜਾਂ ਸੈੱਲ ਫੋਨ, ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਹੈ ਉਹ ਜ਼ਰੂਰੀ ਹੈਗੀ ਹੈ। ਇਹਦੇ ਵਿੱਚ ਆਰਡਰ ਆ ਰਿਹਾ ਹੈ ਕਲੀਨ ਵਾਟਰ ਸਾਫ਼ ਪਾਣੀ, ट्रीज रुख हो गए, मोबाइल फोन सेल फोन जरूरी है, फिर नाइट्रोजन धुआं ही है एक तरीके दा, ते स्मोक। अगला रीराइट द प्रोडक्ट्स फिनोमिना इन ऑर्डर ऑफ योर प्रेफरेंस एंड अंडरस्टैंडिंग। भी थानू केड़ी चीज वधिया लगदी है ते थानू की समझ आंदा है भी केड़ी जरूरी हैगी है ओ दसना है। मैं दस दिंदी हां केड़ियां-केड़ियां चीजां ने। टमाटो यानी टमाटर, रेडिश मूली, पीज मटर, कैरेट गाजर, प्याज या फिर अनियन। मेरे हिसाब दे नाल कैरेट सब तो ज्यादा जरूरी, फिर पीज, फिर टोमैटो, फिर रेडिश ते फिर प्याज। अगे फिल इन द ब्लैंक्स हैगे ने। पहला गेम्स हेल्प अस टू, इत्थे आएगा सक्सेस दिता होया है, ठीक है, सक्सीड आएगा ते तुसी ये ठीक करके लिखना है SUCCEED। सक्सीड इन लाइफ भी तरक्की करन दे विच जिंदगी विच मदद करदी है खेडां। सेकंड एक्सरसाइज हेल्प्स अस, ਇੱਥੇ ਵੀ ਆਏਗਾ स्टे हेल्दी। ਜਿਹੜੀ ਕਸਰਤ ਹੈ ਉਹ ਸਾਨੂੰ ਸਿਹਤਮੰਦ ਰਹਿਣ ਲਈ ਮਦਦ ਕਰਦੀ ਹੈ। ਗੇਮਸ ਕ੍ਰੀਏਟ ਅ ਫੀਲਿੰਗ ਆਫ ਕੋਲੈਬੋਰੇਸ਼ਨ। ਖੇਡਾਂ ਇੱਕ ਸਹਿਯੋਗ ਦੀ ਜਿਹੜੀ ਭਾਵਨਾ ਹੈ ਉਹਨੂੰ ਪੈਦਾ ਕਰਦੀ ਹੈ। ਗੇਮਸ ਟੀਚ ਅਸ ਅਬਾਊਟ ਪ੍ਰੋਗਰੈਸ ਇਨ ਲਾਈਫ। ਖੇਡਾਂ ਸਾਨੂੰ ਜ਼ਿੰਦਗੀ ਵਿੱਚ ਤਰੱਕੀ ਬਾਰੇ ਸਿਖਾਉਂਦੀਆਂ ਨੇ। ਪੰਜਵਾਂ ਪਲੇਇੰਗ ਗੇਮਸ ਕੰਟਰੀਬਿਊਟ ਟੂ ਪ੍ਰੋਪਰ ਡਾਈਜੈਸ਼ਨ ਐਂਡ ਡਿਵੈਲਪਮੈਂਟ।
ਖੇਡਾਂ ਖੇਡ ਕੇ ਅਸੀਂ ਆਪਣੀ ਪਾਚਨ ਸ਼ਕਤੀ ਜਿਹੜੀ ਹੈਗੀ ਹੈ ਤੇ ਆਪਣੀ ਜਿਹੜਾ ਵਿਕਾਸ ਹੈਗਾ ਉਹਦੇ ਵਿੱਚ ਉਹ ਬਹੁਤ ਵਧੀਆ ਯੋਗਦਾਨ ਕਰਦੀਆਂ ਨੇ। ਠੀਕ ਹੈ, ਤੁਸੀਂ ਦੇਖਿਆ ਹੋਣਾ ਜਿਹੜੇ ਬੱਚੇ ਖੇਡਦੇ ਨੇ ਉਹਨਾਂ ਦੀ ਬਾਡੀ ਵੀ ਵਧੀਆ ਹੁੰਦੀ ਹੈ ਤੇ ਬਿਮਾਰੀਆਂ ਤੋਂ ਵੀ ਦੂਰ ਰਹਿੰਦੇ ਨੇ, ਹੈਲਦੀ ਹੁੰਦੇ ਨੇ। A healthy body has a healthy mind. ਇੱਕ ਸਿਹਤਮੰਦ ਸਰੀਰ ਵਿੱਚ ਹੀ ਇੱਕ ਤੰਦਰੁਸਤ ਮਨ ਹੁੰਦਾ ਹੈ। So it is advised that we should keep our body healthy through exercise and a balanced diet. ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਾਨੂੰ ਕਸਰਤ ਅਤੇ ਨਾਲ ਦੀ ਨਾਲ ਸੰਤੁਲਿਤ ਖੁਰਾਕ ਖਾ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ। In order to lead a good life, ਇੱਕ ਚੰਗਾ ਜੀਵਨ ਜਿਉਣ ਲਈ we need to be guided by inspirational people. ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਬਹੁਤ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਨੇ ਜ਼ਿੰਦਗੀ ਦੇ ਵਿੱਚ। We should read books, magazines, newspapers and articles on physical development. ਤੇ ਸਾਨੂੰ ਸਰੀਰਕ ਵਿਕਾਸ ਬਾਰੇ ਕਿਤਾਬਾਂ, ਮੈਗਜ਼ੀਨਸ ਯਾਨੀ ਰਸਾਲੇ ਹੋ ਗਏ, ਅਖਬਾਰ, ਲੇਖ, ਇਹ ਸਾਰੀਆਂ ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਨੇ। ਐਕਟੀਵਿਟੀ ਦਿੱਤੀ ਹੋਈ ਹੈ ਐਕਟੀਵਿਟੀ 3 ਜਾਂ ਥਰਡ ਐਕਟੀਵਿਟੀ, इंट्रोस्पेक्शन एंड पावर ऑफ थिंकिंग या सेल्फ एनालिसिस, यानी आत्म निरीक्षण करना ते सोचन दी शक्ति स्वे आपा कह सकते हैं विशेषण करना ओदे बारे गल कीती गई है। This activity will begin with a short 5-minute introspection exercise under the guidance of the teacher. ਇਹ ਗਤੀਵਿਧੀ ਅਧਿਆਪਕ ਦੇ ਰਹਿਨੁਮਾਈ ਦੇ ਵਿੱਚ ਇੱਕ 5 ਮਿੰਟ ਦੀ ਛੋਟੀ ਜਿਹੀ ਅੰਤਰ ਨਿਰੀਖਣ ਦੇ ਅਭਿਆਸ ਦੇ ਨਾਲ ਸ਼ੁਰੂ ਹੋਏਗੀ। During this process of introspection, every student has to concentrate and communicate with the innermost thoughts hidden in his subconscious. ਆਤਮ ਨਿਰੀਖਣ ਦੀ ਪ੍ਰਤੀਕਿਰਿਆ ਦੇ ਦੌਰਾਨ ਹਰ ਵਿਦਿਆਰਥੀ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਚੁੱਪ ਰਹਿ ਕੇ ਆਪਣੇ ਜਿਹੜੇ ਅੰਦਰੂਨੀ ਵਿਚਾਰ ਨੇ ਉਹਨਾਂ ਨਾਲ ਧਿਆਨ ਨਾਲ ਇੱਕ ਹੋ ਕੇ ਆਪਣਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਵੀ ਅੰਦਰ ਡੂੰਘੇ ਅੰਦਰ ਕੀ ਥਾਟਸ ਨੇ। It includes his own relationship with his parents, siblings and the tone of conversation or each person's own thoughts and plans for the future. ਹੁਣ ਜਦ ਤੁਸੀਂ ਆਤਮ ਨਿਰੀਖਣ ਕਰ ਰਹੇ ਹੋ ਤਾਂ ਇਸ ਸਮੇਂ ਉਸਦੇ ਬੱਚੇ ਦੇ ਦਿਮਾਗ 'ਚ ਕੀ ਗੱਲਾਂ ਆ ਸਕਦੀਆਂ ਨੇ, ਉਸਦੇ ਮਾਤਾ ਪਿਤਾ ਦੇ ਨਾਲ ਉਸਦਾ ਰਿਸ਼ਤਾ, ਭੈਣ ਭਰਾ ਦੇ ਨਾਲ ਰਿਸ਼ਤਾ ਅਤੇ ਗੱਲਬਾਤ ਦਾ ਸੁਰ ਅਜਿਹਾ ਵੀ ਹੋ ਸਕਦਾ ਹੈ ਵੀ ਹਰੇਕ ਵਿਅਕਤੀ ਆਪਣੇ ਵਿਚਾਰ ਦੇ ਵਿੱਚ ਇਹ ਦੇਖ ਸਕਦਾ ਹੈ ਵੀ ਭਵਿੱਖ ਦੇ ਵਿੱਚ ਕੀ ਯੋਜਨਾ ਬਣਾ ਰਿਹਾ, ਆਪਣੇ ਫਿਊਚਰ ਦੇ ਲਈ ਕੀ ਪਲਾਨਸ ਹੈਗੇ ਨੇ। In fact, the student has to understand that whatever he takes in his subconscious state, the thought strikes his conscious mind over and over again. ਅਸਲ ਦੇ ਵਿੱਚ ਨਾ ਵਿਦਿਆਰਥੀ ਨੂੰ ਇਹ ਸਮਝਣਾ ਹੋਵੇਗਾ ਕਿ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ, ਦਿਮਾਗ ਦੇ ਵਿੱਚ ਜੋ ਬਾਰ-ਬਾਰ ਤੁਸੀਂ ਥਾਟ ਲੈ ਕੇ ਆਉਂਦੇ ਹੋ, ਵਿਚਾਰ ਲੈ ਕੇ ਆਉਂਦੇ ਹੋ, ਉਹ ਅਸਲ ਦੇ ਵਿੱਚ ਵਿਚਾਰ ਜਿਹੜਾ ਹੈਗਾ ਉਹ ਚੇਤਨ ਮਨ ਦੇ ਨੂੰ ਬਾਰ-ਬਾਰ ਉਹਨੂੰ ਸਟ੍ਰਾਈਕ ਕਰਦਾ ਹੈ, ਉਹ ਅਸਲੀਅਤ ਦੇ ਵਿੱਚ ਆ ਜਾਂਦਾ ਹੈ। And the whole human environment works towards making the concept hidden in that subconscious level to come true. ਤੇ ਪੂਰਾ ਦਾ ਪੂਰਾ ਆਪਾਂ ਕਹਿ ਸਕਦੇ ਹਾਂ ਸਮੁੱਚਾ ਮਨੁੱਖੀ ਵਾਤਾਵਰਣ ਉਸ ਅਵਚੇਤਨ ਜਿਹੜਾ ਥਾਟ ਹੈਗਾ ਜੋ ਦਿਮਾਗ ਦੇ ਵਿੱਚ ਛਿਪਿਆ ਹੋਇਆ ਉਹਨੂੰ ਸਾਕਾਰ ਕਰਨ ਦੇ ਵਿੱਚ ਕੰਮ ਤੇ ਲੱਗ ਜਾਂਦਾ ਹੈ। ਜਿਵੇਂ ਇੱਕ ਮੂਵੀ ਦਾ ਡਾਇਲੌਗ ਹੈ, ਇਹਨੂੰ ਮੈਂ ਦੱਸ ਦਿੰਦੀ ਹਾਂ, ਇਹਦੇ ਚ ਲਿਖਿਆ ਕੀ ਗਿਆ। शाहरुख खान ने कहा सी, अगर आप किसी चीज को पूरी शिद्दत से चाहो तो पूरी कायनात, ਅੱਗੇ ਤੁਸੀਂ ਮੈਨੂੰ ਦੱਸਿਓ ਨੇ ਕੀ ਕਿਹਾ ਸੀ ਮੂਵੀ ਦੇ ਵਿੱਚ, ਉਹੀ ਗੱਲ ਇੱਥੇ ਦੱਸੀ ਗਈ ਹੈ ਕਿ ਤੁਹਾਨੂੰ ਉਹ ਡਾਇਲੌਗ ਯਾਦ ਹੈ ਕਿ ਨਹੀਂ। The teacher will then instruct the students of the class to speak a few positive sentences by using simple and polite words. ਤੇ ਅਧਿਆਪਕ ਫਿਰ ਕਲਾਸ ਦੇ ਵਿਦਿਆਰਥੀਆਂ ਨੂੰ ਸਰਲ ਤੇ ਵਧੀਆ ਸ਼ਬਦਾਂ ਦੀ ਵਰਤੋਂ ਕਰਕੇ ਕੁਝ ਸਿੰਪਲ ਪੋਜ਼ਿਟਿਵ, ਯਾਨੀ ਪੋਜ਼ਿਟਿਵ ਦਾ ਬੇਸਿਕ ਮਤਲਬ ਇਹ ਹੁੰਦਾ ਹੈ ਜਿਹੜੇ ਸਕਾਰਾਤਮਕ ਸੈਂਟੈਂਸਸ ਹੁੰਦੇ ਨੇ ਜਿਹਦੇ ਨਾਲ ਵਧੀਆ ਵਾਈਬ ਆਉਂਦੀ ਹੈ, ਉਹ ਵਾਕ ਬੋਲਣ ਦੇ ਲਈ ਨਿਰਦੇਸ਼ ਦੇਣਗੇ ਅਧਿਆਪਕ।
these sentences will be addressed to their own subconscious mind ਤੇ ਵਧੀਆ ਜਿਹੜੇ ਵਾਕ ਹੈਗੇ ਨੇ ਜਿਹੜੀ ਸੋਚ ਹੈਗੀ ਹੈ ਉਹ ਆਪਣੇ ਦਿਮਾਗ ਦੇ ਵਿੱਚ ਬਿਠਾਣਗੇ ਜਿਵੇਂ ਮੈਂ ਇਦਾਂ ਕਰਨਾ ਹੈ ਮੈਂ ਇਹ ਬਣਨਾ ਹੈ ਉਹ ਦਿਮਾਗ ਦੇ ਵਿੱਚ ਬੈਠ ਜਾਣਗੇ the sentences may or may not be as follows ਜਿਹੜੇ ਵਾਕ ਹੈਗੇ ਨੇ ਕੁਝ ਉਦਾਹਰਨ ਦਿੱਤਾ ਗਿਆ ਹੈ ਹੋ ਸਕਦਾ ਹੈ ਉਹ ਇਹ ਵਾਲੇ ਹੋਣ ਹੋ ਸਕਦਾ ਤੁਸੀਂ ਕੁਝ ਹੋਰ ਸੋਚਿਆ ਹੋ ਜਿਵੇਂ first I am the beloved child of my parents and a disciplined student of the school ਹੋ ਸਕਦਾ ਤੁਸੀਂ ਆਪਣੇ ਦਿਮਾਗ ਨੂੰ ਇਹ ਗੱਲ ਕਹੋ ਵੀ ਮੈਂ ਆਪਣੇ ਮਾਪਿਆਂ ਦਾ ਇੱਕ ਲਾਡਲਾ ਬੱਚਾ ਹਾਂ ਤੇ ਸਕੂਲ ਦਾ ਅਨੁਸ਼ਾਸਿਤ ਵਿਦਿਆਰਥੀ ਹੈਗਾ ਸੈਕਿੰਡ under the guidance of my family ਆਪਣੇ ਪਰਿਵਾਰ ਦੀ ਰਹਿਨੁਮਾਈ ਹੇਠ I have learned discipline cooperation in life ਮੈਂ ਆਪਣੀ ਜ਼ਿੰਦਗੀ ਦੇ ਵਿੱਚ disciplined ਰਹਿਣਾ ਦੂਜੇ ਦੇ ਨਾਲ ਸਹਿਯੋਗ ਨਾਲ ਰਹਿਣਾ ਅਨੁਸ਼ਾਸਨ ਦੇ ਨਾਲ ਰਹਿਣਾ ਇਹ ਸਿੱਖਿਆ ਹੈ and this can be fulfilled only under the able guidance of my teacher ਤੇ ਇਹ ਜਿਹੜੀ ਗੱਲ ਹੈਗੀ ਇਦਾਂ ਦਾ ਜਿਹੜਾ ਸਪਿਰਿਟ ਮੈਂ ਸਿੱਖੀ ਹੈ ਇਹ ਸਿਰਫ ਮੇਰੇ ਅਧਿਆਪਕ ਦੀ ਅਗਵਾਈ ਹੇਠ ਹੀ ਮੈਂ ਪੂਰਾ ਕਰ ਸਕਦੀ ਹਾਂ I have great inner strength because of the support of my family ਮੇਰੇ ਪਰਿਵਾਰ ਦੇ ਸਹਿਯੋਗ ਕਰਕੇ ਮੇਰੇ ਅੰਦਰ ਅੰਦਰੂਨੀ ਤਾਕਤ ਬਹੁਤ ਵਧੀਆ ਹੈਗੀ ਹੈ ਵੀ ਮੈਂ ਬਹੁਤ ਸਟਰੋਂਗ ਹੈਗੀ ਹਾਂ ਅੰਦਰੋਂ and my teachers will help me turn my shortcomings into my strengths ਤੇ ਮੇਰੇ ਅਧਿਆਪਕ ਮੇਰੀਆਂ ਕਮੀਆਂ ਨੂੰ ਮੇਰੀਆਂ ਸ਼ਕਤੀ ਬਣਾਉਣ ਦੇ ਵਿੱਚ ਜਾਂ ਉਹਦੇ ਵਿੱਚ ਬਦਲਣ ਵਿੱਚ ਮੇਰੀ ਮਦਦ ਕਰਨਗੇ fourth I have some qualities in me because of my family ਮੇਰੇ ਪਰਿਵਾਰ ਦੇ ਕਰਕੇ ਮੇਰੇ ਅੰਦਰ ਕੁਝ ਗੁਣ ਹੈਗੇ ਨੇ and I have to convert these qualities into social qualities after getting guidance from the school ਤੇ ਮੈਂ ਇਹਨਾਂ ਗੁਣਾਂ ਨੂੰ ਬਦਲਣਾ ਹੈ ਤਾਂ ਕਿ ਇਹ ਸਮਾਜਿਕ ਗੁਣ ਬਣ ਜਾਣ ਪਰ ਇਹ ਸਾਰੀਆਂ ਗੱਲਾਂ ਮੈਂ ਸਕੂਲ ਦੀ ਗਾਈਡੈਂਸ ਜਿਹੜੀ ਟੀਚਰ ਦੀ ਹੁੰਦੀ ਹੈ ਉਹਦੇ ਹੇਠ ਹੀ ਕਰ ਸਕਦੀ ਹਾਂ I will have to spend a few moments every morning in self-reflection ਮੈਨੂੰ ਹਰ ਸਵੇਰ ਕੁਝ ਪਲ ਆਤਮ ਨਿਰੀਖਣ ਕਰਨ ਦੇ ਲਈ ਆਪਣੇ ਅੰਦਰ ਝਾਤੀ ਮਾਰਨ ਦੇ ਲਈ ਦੇਣੇ ਪੈਣਗੇ thinking about my prosperous future ਤੇ ਆਪਣੇ ਫਿਊਚਰ ਬਾਰੇ ਖੁਸ਼ਹਾਲ ਭਵਿੱਖ ਬਾਰੇ ਸੋਚਣ ਬਾਰੇ ਵੀ ਸਮਾਂ ਮੈਨੂੰ ਕੱਢਣਾ ਪਏਗਾ ਜੋ ਤੁਸੀਂ ਸੋਚੋਗੇ ਉਹੀ ਹੋਏਗਾ ਅਸਲ ਦੇ ਵਿੱਚ ਇਹ ਗੱਲ ਧਿਆਨ ਰੱਖਿਓ ਵਰਕਸ਼ੀਟ ਦਿੱਤੀ ਹੋਈ ਹੈ the teacher will talk to the students in person ਅਧਿਆਪਕ ਵਿਦਿਆਰਥੀਆਂ ਨਾਲ ਇੱਕ ਇੱਕ ਕਰਕੇ ਇੱਕ ਵਿਦਿਆਰਥੀ ਨਾਲ ਗੱਲ ਕਰਨਗੇ and answer their questions ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ so that the students can answer the following questions according to their level of understanding ਤਾਂ ਕਿ ਬੱਚੇ ਹੇਠ ਦਿੱਤੇ ਜਿਹੜੇ ਸਵਾਲ ਹੈਗੇ ਨੇ ਉਹ ਆਪਣੀ ਸਮਝ ਦੇ ਨਾਲ ਉਹਨਾਂ ਦੇ ਜਵਾਬ ਦੇ ਸਕਣ ਜਿਵੇਂ ਇੱਥੇ ਗੱਲ ਕਹੀ ਗਈ ਹੈ higher the thoughts higher the flight ਜਿੰਨੇ ਉੱਚੇ ਵਿਚਾਰ ਉਨੀ ਉੱਚੀ ਉਡਾਰੀ higher the ideas higher the progress ਜਿੰਨੇ ਵਿਚਾਰ ਉੱਚੇ ਉਨੀ ਤਰੱਕੀ ਉੱਚੀ ਹੁਣ ਜਿਵੇਂ ਇੱਥੇ ਸਵਾਲ ਪੁੱਛੇ ਗਏ ਨੇ what subjects do you like and why ਤੁਹਾਨੂੰ ਕਿਹੜੇ ਵਿਸ਼ੇ ਜਿਹੜੇ ਹੈਗੇ ਨੇ ਪਸੰਦ ਨੇ ਤੇ ਕਿਉਂ ਤੇ ਮੈਂ ਲਿਖਿਆ I like maths and science ਮੈਨੂੰ maths ਤੇ science ਪਸੰਦ ਹੈ because in maths with a bit of logic we can solve almost every question ਕਿਉਂਕਿ ਗਣਿਤ ਦੇ ਵਿੱਚ ਥੋੜੇ ਜੇ ਦਿਮਾਗ ਲਾਉਣ ਦੇ ਨਾਲ ਲਗਭਗ ਅਸੀਂ ਸਾਰੇ ਪ੍ਰਸ਼ਨਾਂ ਦੇ ਹੱਲ ਕੱਢ ਸਕਦੇ ਹਾਂ and science includes very interesting and amazing stuff ਤੇ ਵਿਗਿਆਨ ਵਿੱਚ ਬਹੁਤ ਦਿਲਚਸਪ ਤੇ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਦੇਖਣ ਨੂੰ ਮਿਲਦੀਆਂ ਨੇ these topics are related to our real life ਤੇ ਵਿਗਿਆਨ ਦੇ ਵਿੱਚ ਜਿਹੜੇ ਟੌਪਿਕਸ ਹੈਗੇ ਨੇ ਉਹ ਸਾਡੀ ਅਸਲ ਜ਼ਿੰਦਗੀ ਦੇ ਨਾਲ ਸੰਬੰਧਿਤ ਹੁੰਦੇ ਨੇ ਤੁਸੀਂ ਪੜ੍ਹਿਆ ਹੀ ਹੋਵੇਗਾ ਦੂਜਾ ਸਵਾਲ what professions related to the subjects of your choice can be chosen in the future ਭਵਿੱਖ ਵਿੱਚ ਤੁਹਾਡੀ ਪਸੰਦ ਦੇ ਵਿਸ਼ਿਆਂ ਨਾਲ ਸੰਬੰਧਿਤ ਕਿਹੜੇ ਪੇਸ਼ੇ ਹੈਗੇ ਨੇ ਜੋ ਤੁਸੀਂ ਚੁਣ ਸਕਦੇ ਹੋ ਜੋ ਤੁਸੀਂ ਬਣ ਸਕਦੇ ਹੋ ਤੇ ਮੈਂ ਇੱਥੇ ਲਿਖਿਆ I can become a civil engineer ਮੈਂ ਆਪਣੀ ਪਸੰਦ ਦੇ ਵਿਸ਼ਿਆਂ ਦੇ ਹਿਸਾਬ ਨਾਲ
ਸਿਵਲ ਇੰਜੀਨੀਅਰ ਬਣ ਸਕਦੀਆਂ, ਟੀਚਰ ਬਣ ਸਕਦੀਆਂ, ਅਕਾਊਂਟੈਂਟ ਬਣ ਸਕਦੀਆਂ, ਫੋਰੈਂਸਿਕ ਸਾਇੰਟਿਸਟ ਬਣ ਸਕਦੀਆਂ, 에ਅਰਕ੍ਰਾਫਟ ਮਕੈਨਿਕ, ਮੈਥਮੈਟੀਸ਼ੀਅਨ एक्सेट्रा ਹੋਰ ਵੀ ਬਹੁਤ ਪੇਸ਼ੇ ਨੇ in the future according to the subjects of my choice। ਆਪਣੀ ਪਸੰਦ ਦੇ ਵਿਸ਼ਿਆਂ ਦੇ ਅਨੁਸਾਰ ਭਵਿੱਖ ਵਿੱਚ ਮੈਂ ਇਹ ਸਾਰੀਆਂ ਜਿਹੜੀਆਂ ਪੇਸ਼ੇ ਹੈਗੇ ਨੇ ਉਹਨਾਂ ਵੱਲ ਜਾ ਸਕਦੀ ਹਾਂ। Third, what are the shortcomings in your personality that you would like to overcome and how? ਤੁਹਾਡੀ ਸ਼ਖਸੀਅਤ ਵਿੱਚ ਕਿਹੜੀਆਂ ਕਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੂਰ ਕਰਨਾ ਚਾਹੋਗੇ ਤੇ ਕਿਵੇਂ? ਤੇ ਇੱਥੇ ਮੈਂ ਲਿਖਿਆ ਹੈ shortcomings in my personality that I would like to overcome include ਵੀ ਮੇਰੀ ਸ਼ਖਸੀਅਤ ਵਿੱਚ ਜਿਹੜੀਆਂ ਕਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਮੈਂ ਦੂਰ ਕਰਨਾ ਚਾਹਾਂਗੀ ਉਹਨਾਂ ਵਿੱਚ ਕੀ ਹੈ। ਨੰਬਰ 1 lack of confidence, ਆਤਮ ਵਿਸ਼ਵਾਸ ਦੀ ਕਮੀ। I will overcome it by speaking in front of the mirror। देखो शीशे सामने बोल के मैं इन्हू दूर करने की कोशिश करांगी। Giving myself a lot of chances to speak in front of others। अपने आप नू मौका दवांगी भी दूजा सामने अपने विचार प्रगट कर सकूं। यही हुंदा है ना कॉन्फिडेंस जब नहीं हुंदा, आत्मविश्वास नहीं हुंदा। सेकंड, प्रॉब्लम इन स्पोकन इंग्लिश, भी अंग्रेजी नहीं बोल सकती, अंग्रेजी बोलन समस्या है। I will try to learn English perfectly and will practice it with my friends and family। देखो मैं पूरी तरह अंग्रेजी सीखण ਦੀ ਕੋਸ਼ਿਸ਼ ਕਰਾਂਗੀ ਲਗਨ ਦੇ ਨਾਲ ਤੇ ਇਹਦੇ ਲਈ ਮੈਂ ਅਭਿਆਸ ਕਰਾਂਗੀ ਆਪਣੇ ਦੋਸਤਾਂ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ। ਅਗਲਾ ਚੌਥਾ ਸਵਾਲ ਹੈਗਾ match the words in column A with their counterparts in column B। ਇਹਨੂੰ ਇਹਦੇ ਨਾਲ ਮੈਚ ਕਰਨਾ ਹੈ। ਜਿਵੇਂ ਪਹਿਲਾ ਇੰਟਿਊਸ਼ਨ ਕੀ ਹੁੰਦਾ ਹੈ, ਜਿਵੇਂ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗ ਜਾਂਦਾ ਵੀ ਉਹ ਇਹ ਹੋਣ ਵਾਲਾ ਹੈ, ਠੀਕ ਹੈ, ਉਹ ਆਪਾਂ ਕਹਿੰਦੇ ਆ ਕਿਵੇਂ ਪਤਾ ਲੱਗ ਜਾਂਦਾ, ਅੰਦਰੋਂ ਹੀ ਆ ਜਾਂਦੀ ਹੈ ਫੀਲਿੰਗ। ਕਹਿਣ ਦਾ ਮਤਲਬ ਇਹ ਹੈ the balance of conscious and the subconscious, ਵੀ ਜੋ ਤੁਸੀਂ ਹੋਸ਼ ਦੇ ਵਿੱਚ ਹੈਗੇ ਹੋ ਤੇ ਅੰਦਰ ਹੀ ਅੰਦਰ ਦਿਮਾਗ ਵਿੱਚ ਜੋ ਥਾਟਸ ਚੱਲ ਰਹੇ ਨੇ ਉਹਨਾਂ ਵਿੱਚ ਬੈਲੈਂਸ ਆ ਜਾਂਦਾ, ਤੁਹਾਨੂੰ ਇੰਟਿਊਸ਼ਨ ਹੋ ਜਾਂਦਾ ਵੀ ਇਹ ਏਦਾਂ ਹੋਣ ਵਾਲਾ, ਠੀਕ ਹੈ ਨਾ। ਜਿਵੇਂ ਕੋਈ ਬੱਚਾ ਖੇਡ ਰਿਹਾ, ਹੋ ਸਕਦਾ ਤੁਹਾਨੂੰ ਪਤਾ ਲੱਗ ਜਾਏ ਉਹਨੂੰ ਦੇਖ ਕੇ ਵੀ ਸੱਟ ਲੱਗੂਗੀ, ਕਿਉਂ? ਦਿਮਾਗ ਦੱਸ ਰਿਹਾ, ਸਬਕੌਂਸ਼ੀਅਸ ਮਾਈਂਡ, ਤੇ ਕੌਂਸ਼ੀਅਸਲੀ ਤੁਸੀਂ ਦੇਖ ਰਹੇ ਹੋ ਵੀ ਉਹ ਠੀਕ ਤਰੀਕੇ ਨਾਲ ਔਜ਼ਾਰਾਂ ਨਾਲ ਨਹੀਂ ਖੇਡ ਰਿਹਾ। ਸੈਕਿੰਡ, ਗੇਮਸ ਖੇਡਾਂ, ਫਿਟਨੈਸ ਆਫ ਹੈਲਥ ਐਂਡ ਡਾਈਜੈਸਟਿਵ ਸਿਸਟਮ, ਜ਼ਰੂਰੀ ਹੈਗੀਆਂ ਨੇ ਖੇਡਾਂ ਸਿਹਤ ਅਤੇ ਪਾਚਨ ਸ਼ਕਤੀ ਲਈ, ਉਹਨੂੰ ਤੰਦਰੁਸਤ ਰੱਖਣ ਲਈ। ਇੰਟਰੋਸਪੈਕਸ਼ਨ ਕਹਿਣ ਦਾ ਮਤਲਬ ਇਹ ਹੈ ਵੀ ਆਤਮ ਨਿਰੀਖਣ ਕਰਨਾ, ਉਹ ਚਾਹੀਦਾ ਹੁੰਦਾ ਇੱਕ ਕਨਸੈਂਟਰੇਟਡ ਮਾਈਂਡ ਲਈ, ਵੀ ਇੱਕ ਇਕਾਗਰ ਮਨ ਦੇ ਲਈ। The meaning of subconsciousness, subconsciousness ਦਾ ਮਤਲਬ ਇਹ ਹੁੰਦਾ ਦਿਮਾਗ ਦਾ ਉਹ ਛਿਪਿਆ ਹੋਇਆ ਹਿੱਸਾ ਜਿਹਦੇ ਜੋ ਐਕਚੁਅਲੀ ਅਸਰ ਕਰਦਾ ਹੈ ਵੀ ਤੁਸੀਂ ਕਿਵੇਂ ਬਿਹੇਵ ਕਰਦੇ ਹੋ, ਪਰ ਤੁਹਾਨੂੰ ਰਿਅਲਾਈਜ਼ ਨਹੀਂ ਹੁੰਦਾ ਵੀ ਉਹ ਤੁਹਾਡਾ ਬਿਹੇਵੀਅਰ ਜਿਹੜਾ ਉਹ ਡਿਕਟੇਟ ਕਰ ਰਿਹਾ ਹੈ ਨਾ। ਜਿਵੇਂ ਹਰ ਕਿਸੇ ਦੀ ਅਲੱਗ-ਅਲੱਗ ਪਰਸਨੈਲਿਟੀ ਹੁੰਦੀ ਹੈ, ਉਹ ਸਬਕੌਂਸ਼ੀਅਸਲੀ ਉਹਨਾਂ ਵਿੱਚ ਹੁੰਦੀ ਹੈ। ਇਹ ਜ਼ਰੂਰੀ ਹੈਗਾ ਗੁੱਡ ਫਿਊਚਰ ਲਈ ਵੀ ਤੁਸੀਂ ਸਬਕੌਂਸ਼ੀਅਸਲੀ ਵੀ ਵਧੀਆ ਸੋਚੋ ਤਾਂ ਕਿ ਤੁਹਾਡੇ ਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਗੱਲ ਆਏ ਤੇ ਤੁਹਾਡਾ ਫਿਊਚਰ ਜਿਹੜਾ ਉਹ ਵਧੀਆ ਹੋ ਜਾਏ, ਠੀਕ ਹੈ। ਕਾਇਨਾਤ ਉਹ ਵਾਲਾ ਡਾਇਲੌਗ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਜੇ ਉਹ ਡਾਇਲੌਗ ਯਾਦ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਚੈਪਟਰ ਸਮਝ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।